ਮੈਂ ਬੁਰੀ ਤਰ੍ਹਾਂ ਫੇਲ ਹੋ ਗਿਆ ਅਤੇ ਮੈਂ ਬਹੁਤ ਰੋਇਆ। ਨਾਲ ਹੀ ਲੋਕਾਂ ਨੇ ਮੈਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੂੰ ਸਰਕਾਰੀ ਸਕੂਲ ਤੋਂ ਪੜ੍ਹਿਆ, ਇਹ ਤੇਰੇ ਵੱਸ ਦੀ ਗੱਲ ਨਹੀਂ। ਹੋਇਆ ਕਿ ਮੇਰੇ ਪਿਤਾ ਜੀ ਦੀ ਰੀੜ੍ਹ ਦੀ ਹੱਡੀ ਵਿੱਚ ਦਿੱਕਤ ਆ ਗਈ, ਜਿਸ ਕਾਰਨ ਉਹਨਾਂ ਦਾ ਸਾਡੇ ਕੋਲ ਰਾਸ਼ਨ ਲਿਆਉਣ ਤੱਕ ਦੇ ਪੈਸੇ ਨਾ ਰਹੇ ਅਤੇ ਦੂਜੇ ਪਾਸੇ ਮੈਨੂੰ ਉਲਟੀਆਂ ਆਉਣ ਲੱਗ ਗਈਆਂ ਅਤੇ ਜਿਸ ਕਾਰਨ ਮੈਂ ਆਪਣਾ ਪੇਪਰ ਇੱਕ ਦਿਨ ਕੀ ਹੋਇਆ, ਮੇਰੀ ਹਰ ਰੋਜ਼ ਦੀ ਬੁਰੀ ਹਾਲਤ ਦੇਖ ਕੇ ਮੇਰੇ ਕੋਚਿੰਗ ਵਾਲੇ ਸਰ ਨੇ ਮੈਨੂੰ ਕਿਹਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਇੰਦਰਜੀਤ ਸਿੰਘ, ਪਿੰਡ ਬੁਲਾਰਾ, ਜ਼ਿਲ੍ਹਾ ਲੁਧਿਆਣਾ। ਅੱਜ ਮੈਂ ਲੁਧਿਆਣਾ ਦੇ ਵਿੱਚ ਐਜ ਏ ਪ੍ਰੈਕਟਿਸ ਚਾਰਟਰ ਅਕਾਊਂਟੈਂਟ ਕੰਮ ਕਰ ਰਿਹਾ ਅਤੇ ਆਪਣੀ ਕਹਾਣੀ ਬਾਰੇ ਦੱਸਾਂਗਾ ਕਿਸ ਤਰ੍ਹਾਂ ਮੈਂ ਇੰਦਰਜੀਤ ਸਿੰਘ ਤੋਂ ਇੰਦਰਜੀਤ ਸਿੰਘ ਬਣਿਆ। ਮੈਂ ਇੱਕ ਲੋਅਰ ਮਿਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ। ਮੇਰੇ ਘਰ ਵਿੱਚ ਮੇਰੇ ਪਿਤਾ ਜੀ ਗੱਡੀ ਚਲਾਉਣ ਦਾ ਕੰਮ ਕਰਦੇ, ਸਾਡੇ ਘਰ ਦਾ ਗੁਜ਼ਾਰਾ ਉਹਨਾਂ ਦੇ ਸਹਾਰੇ ਹੀ ਚੱਲਦਾ। ਮੇਰੀ ਮੰਮੀ ਜੀ ਘਰ ਵਿੱਚ ਹਾਊਸ ਵਾਈਫ ਹਨ ਅਤੇ ਉਹ ਘਰ ਦਾ ਹੀ ਕੰਮ ਕਰਦੇ। ਬਚਪਨ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਪੜ੍ਹਨ ਦਾ ਸ਼ੌਂਕ ਨਹੀਂ ਸੀ ਅਤੇ ਮੈਂ ਜ਼ਿਆਦਾਤਰ ਸਮਾਂ ਖੇਡਣ ਕੁੱਦਣ 'ਚ ਬਤੀਤ ਕਰਦਾ ਸੀ, ਕਿਉਂਕਿ ਮੈਂ ਇੱਕ ਮਿਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ ਅਤੇ ਇਸ ਕਰਕੇ ਮੈਂ ਆਪਣੀ ਸਰਕਾਰੀ 10ਵੀਂ ਸਕੂਲ ਤੱਕ ਦੀ ਪੜ੍ਹਾਈ ਇੱਕ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਇੱਕ ਦਿਨ ਕੀ ਹੋਇਆ, ਸਾਡੀ 10ਵੀਂ ਦੀ ਕਲਾਸ ਵਿੱਚ ਸਾਡੇ ਮੈਥ ਵਾਲੇ ਅਧਿਆਪਕ ਸਾਨੂੰ ਦੱਸ ਰਹੇ ਸਨ ਕਿ ਚਾਰਟਰਡ ਅਕਾਊਂਟੈਂਟ ਪ੍ਰੋਫੈਸ਼ਨ ਇੱਕ ਬਹੁਤ ਹੀ ਰਿਸਪੈਕਟੇਬਲ ਪ੍ਰੋਫੈਸ਼ਨ ਹੈ ਅਤੇ ਇਸ ਦਾ ਫਿਊਚਰ ਵਿੱਚ ਬਹੁਤ ਸਕੋਪ ਹੈ। ਇਸ ਨੂੰ 3 ਲੈਵਲ ਵਿੱਚ ਕੰਪਲੀਟ ਕੀਤਾ ਜਾਂਦਾ ਹੈ, CA ਐਂਟਰੈਂਸ, ਇੰਟਰਮੀਡੀਏਟ ਐਂਡ ਫਾਈਨਲ। ਉਸ ਦਿਨ ਪਤਾ ਨਹੀਂ ਮੈਨੂੰ ਕੀ ਹੋਇਆ, ਇਹ ਗੱਲ ਮੇਰੇ ਦਿਲ ਵਿੱਚ ਬੈਠ ਗਈ ਕਿ ਮੈਂ ਚਾਰਟਰਡ ਅਕਾਊਂਟੈਂਟ ਹੀ ਬਣਾਂਗਾ। ਤਾਂ ਫਿਰ ਮੈਂ ਇਸ ਦੇ ਬਾਰੇ ਆਪਣੇ ਸਮਾਜ ਸਿੱਖਿਆ ਦੇ ਅਧਿਆਪਕ ਨਾਲ ਗੱਲ ਕੀਤੀ, ਜੋ ਕਿ ਮੇਰੇ ਬਹੁਤ ਹੀ ਪਿਆਰੇ ਅਧਿਆਪਕ ਹਨ ਅਤੇ ਮੈਨੂੰ ਲਗਾਤਾਰ 6ਵੀਂ ਕਲਾਸ ਤੋਂ ਪੜ੍ਹਾਉਂਦੇ ਆ ਰਹੇ। ਉਹਨਾਂ ਨੇ ਮੈਨੂੰ ਦੱਸਿਆ ਕਿ ਇੰਦਰਜੀਤ, ਚਾਰਟਰਡ ਅਕਾਊਂਟੈਂਟ ਪ੍ਰੋਫੈਸ਼ਨ ਇੱਕ ਬਹੁਤ ਹੀ ਡਿਫੀਕਲਟ ਪ੍ਰੋਫੈਸ਼ਨ ਹੈ, ਤੂੰ ਇਸ ਦੀ ਜਗ੍ਹਾ 'ਤੇ ਕੋਈ ਬੈਂਕਿੰਗ ਦਾ ਕੋਰਸ ਕਰ ਸਕਦਾ ਹੈ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੂੰ ਉਹ ਕਰ ਲਵੇਂਗਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਸਰ, ਮੈਂ ਚਾਰਟਰਡ ਅਕਾਊਂਟੈਂਟ ਹੀ ਬਣਾਂਗਾ। ਅਤੇ ਮੇਰੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦਾ ਦੌਰ ਮੇਰੀ 10ਵੀਂ ਦੀ ਕਲਾਸ ਤੋਂ ਹੀ ਸ਼ੁਰੂ ਹੋ ਗਿਆ। ਜਦੋਂ ਮੇਰੇ ਐਗਜ਼ਾਮ ਨਜ਼ਦੀਕ ਸੀ ਅਤੇ ਮੇਰੇ ਐਕਸੀਡੈਂਟ ਹੋ ਗਿਆ, ਜਿਸ ਕਾਰਨ ਡਾਕਟਰ ਨੇ ਮੇਰੀ ਲੱਤ 'ਤੇ ਪਲਾਸਟਰ ਲਗਾ ਦਿੱਤਾ। ਉਸ ਸਮੇਂ ਮੇਰਾ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਅਤੇ ਮੇਰੇ ਘਰਦਿਆਂ ਨੇ ਕੀ ਕੀਤਾ, ਉਹ ਮੈਨੂੰ ਆਟੋ 'ਤੇ ਲੈ ਜਾਂਦੇ ਅਤੇ ਆਪਣੇ ਸਕੂਲ ਵਿੱਚ ਲਿਜਾ ਕੇ ਮੇਰੇ ਪੇਪਰ ਪੂਰੇ ਕਰਵਾਉਂਦੇ। ਇਸ ਤਰ੍ਹਾਂ ਮੈਂ ਆਪਣੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਮੈਂ ਆਪਣੀ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਆਪਣੇ ਦੋਸਤਾਂ ਨਾਲ ਰਲ ਕੇ ਆਪਣੀ CA ਐਂਟਰੈਂਸ ਦੇ ਐਗਜ਼ਾਮ ਫਾਰਮ ਫਿਲ ਕੀਤੇ ਅਤੇ ਜਿਸ ਦੀ ਤਿਆਰੀ ਲਈ ਮੈਨੂੰ ਕੁੱਲ 3-4 ਹਫ਼ਤਿਆਂ ਦਾ ਹੀ ਸਮਾਂ ਮਿਲਿਆ ਸੀ। ਜਿਸ ਦਿਨ ਮੇਰਾ ਪੇਪਰ ਆਇਆ ਉਸ ਦਿਨ ਮੈਂ ਬਹੁਤ ਬਿਮਾਰ ਹੋ ਗਿਆ, ਮੈਨੂੰ ਉਲਟੀਆਂ ਆਉਣ ਲੱਗ ਗਈਆਂ ਅਤੇ ਜਿਸ ਕਾਰਨ ਮੈਂ ਆਪਣਾ ਪੇਪਰ ਪੂਰਾ ਨਾ ਕਰ ਸਕਿਆ। ਪੇਪਰ ਕਰਨ ਤੋਂ ਬਾਅਦ ਮੈਨੂੰ ਪਾਸ ਹੋਣ ਦੀ ਉਮੀਦ ਬਹੁਤ ਘੱਟ ਰਹਿ ਗਈ। ਮੈਨੂੰ ਨਹੀਂ ਲੱਗ ਰਿਹਾ ਸੀ ਕਿ ਮੈਂ ਪਾਸ ਹੋਵਾਂਗਾ, ਪਰ ਜਿਸ ਦਿਨ ਨਤੀਜਾ ਆਇਆ ਤਾਂ ਮੇਰੇ ਦੋਸਤ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਇੰਦਰਜੀਤ, ਤੂੰ ਪਾਸ ਹੋ ਗਿਆ। ਉਸ ਸਮੇਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਫਿਰ ਮੈਂ ਆਪਣੀ CA ਦੀ ਅੱਗੇ ਪੜ੍ਹਾਈ ਕਰਨ ਵਾਸਤੇ ਕੋਚਿੰਗ ਸੈਂਟਰ ਜੁਆਇਨ ਕੀਤਾ ਅਤੇ ਨਾਲ ਹੀ ਇੱਕ ਕਾਲਜ ਨੂੰ ਜੁਆਇਨ ਕਰ ਲਿਆ। ਪਹਿਲਾਂ ਮੈਂ ਗੌਰਮੈਂਟ ਸਕੂਲ 'ਚ ਅਪਲਾਈ ਕੀਤਾ, ਪਰ ਮੇਰੇ +2 ਵਿੱਚੋਂ 89 ਮਾਰਕਸ ਆਉਣ ਦੇ ਕਾਰਨ ਮੈਨੂੰ ਐਡਮਿਸ਼ਨ ਨਾ ਮਿਲੀ, ਤਾਂ ਫਿਰ ਮੈਂ ਪ੍ਰਾਈਵੇਟ ਕਾਲਜ ਜੁਆਇਨ ਕੀਤਾ। ਮੈਂ ਸਵੇਰੇ 5 ਵਜੇ ਉੱਠ ਕੇ ਬਿਨਾਂ ਕੁਝ ਖਾਧੇ ਪੀਤੇ, ਕਿਉਂਕਿ ਉਸ ਸਮੇਂ ਖਾਣਾ ਬਣਾਉਣਾ ਇੰਨਾ ਆਸਾਨ ਨਹੀਂ ਸੀ, ਆਪਣੇ ਕੋਚਿੰਗ ਸੈਂਟਰ ਚਲਾ ਜਾਂਦਾ। ਮੈਂ ਆਪਣੀ ਕਲਾਸ ਖਤਮ ਕਰਨ ਤੋਂ ਬਾਅਦ ਸਿੱਧਾ ਹੀ ਆਪਣੇ ਕਾਲਜ ਜਾਂਦਾ ਅਤੇ ਇਹ ਸਾਰਾ ਸਫ਼ਰ ਮੈਂ ਸਾਈਕਲ 'ਤੇ ਤੈਅ ਕਰਦਾ, ਕਿਉਂਕਿ ਉਸ ਸਮੇਂ ਸਾਡੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਵਧੀਆ ਨਹੀਂ ਸੀ ਕਿ ਅਸੀਂ ਕੋਈ ਵਾਹਨ ਲੈ ਸਕੇਂ। ਜਦ ਮੈਂ ਕਾਲਜ ਜਾਣਾ ਤਾਂ ਮੈਂ ਸਵੇਰ ਕੁਝ ਖਾਧਾ ਨਹੀਂ ਹੁੰਦਾ ਸੀ, ਤਾਂ ਮੈਂ ਸਿਰਫ ਦੁਪਹਿਰ ਦੇ ਸਮੇਂ ਵਿੱਚ ਕੁਲਚੇ ਖਾਣੇ ਜਾਂ ਕਦੇ ਲੰਗਰ ਖਾਣ ਚਲੇ ਜਾਣਾ, ਇਸ ਤਰ੍ਹਾਂ ਆਪਣਾ ਟਾਈਮ ਕੱਢਦਾ। ਦੁਪਹਿਰ ਕਾਲਜ ਖਤਮ ਹੋਣ ਤੋਂ ਬਾਅਦ ਫਿਰ ਮੈਂ ਸਿੱਧਾ ਹੀ ਆਪਣੇ ਕੋਚਿੰਗ ਸੈਂਟਰ ਦੂਸਰੀ ਕਲਾਸ ਲਗਾਉਣ ਆਉਣਾ ਅਤੇ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋਣਾ ਅਤੇ ਰਾਸਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਣਾ, ਜਿਸ ਕਾਰਨ ਮੇਰੀ ਹਾਲਤ ਬਹੁਤ ਬੁਰੀ ਹੋ ਜਾਂਦੀ ਅਤੇ ਕਈ ਵਾਰੀ ਮੈਂ ਕੋਚਿੰਗ ਸੈਂਟਰ ਲੇਟ ਵੀ ਪਹੁੰਚਦਾ। ਤਾਂ ਮੇਰੇ ਕੋਚਿੰਗ ਵਾਲੇ ਸਰ ਮੈਨੂੰ ਕਈ ਵਾਰੀ ਕਲਾਸ ਤੋਂ ਬਾਹਰ ਕੱਢ ਦਿੰਦੇ, ਤਾਂ ਮੈਂ ਕੀ ਕਰਦਾ, ਮੈਂ ਕਲਾਸ ਤੋਂ ਬਾਹਰ ਹੀ ਖੜ੍ਹਾ ਹੋ ਜਾਂਦਾ ਅਤੇ ਆਪਣੀ ਪੜ੍ਹਾਈ ਜਾਰੀ ਰੱਖਦਾ। ਹਰ ਰੋਜ਼ ਮੇਰੀ ਬੁਰੀ ਹਾਲਤ ਹੋਣ ਕਰਕੇ ਬੁਖਾਰ ਹੋਣਾ ਮੈਨੂੰ ਇੱਕ ਆਮ ਗੱਲ ਹੋ ਗਈ, ਤਾਂ ਇਸ ਕਰਕੇ ਮੈਂ ਆਪਣੀ ਕਲਾਸ ਖਤਮ ਕਰਨ ਤੋਂ ਬਾਅਦ ਦਵਾਈ ਲੈਣ ਜਾਂਦਾ ਅਤੇ ਇੰਜੈਕਸ਼ਨ ਲਗਵਾਉਂਦਾ। ਇਹ ਇੱਕ ਮੇਰੀ ਡੇਲੀ ਦੀ ਰੂਟੀਨ ਬਣ ਚੁੱਕੀ ਸੀ ਅਤੇ ਮੈਂ ਡੇਲੀ ਬੇਸਿਸ 'ਤੇ ਇੰਜੈਕਸ਼ਨ ਲਗਵਾਉਂਦਾ ਅਤੇ ਇੱਕ ਦਿਨ ਅਜਿਹਾ ਆਇਆ ਕਿ ਮੇਰੀ ਬਾਂਹ 'ਤੇ ਇੰਜੈਕਸ਼ਨ ਦੇ ਹੀ ਨਿਸ਼ਾਨ ਨਜ਼ਰ ਆ ਰਹੇ ਸਨ। ਫਿਰ ਵੀ ਮੈਂ ਉਸ ਤੋਂ ਬਾਅਦ ਰਾਤ ਨੂੰ ਘਰ ਆਉਣਾ, ਖਾਣਾ ਖਾਣਾ ਅਤੇ ਫਿਰ ਤੋਂ 11-11:30 ਵਜੇ ਤੋਂ ਪੜ੍ਹਨ ਬੈਠ ਜਾਣਾ ਅਤੇ ਮੈਂ ਆਪਣੇ ਘਰ ਦੀ ਕਲਾਸਿਸ ਲਗਾਉਣੀਆਂ, ਆਪਣਾ ਹੋਮਵਰਕ ਕੰਪਲੀਟ ਕਰਨਾ ਅਤੇ ਮੈਨੂੰ ਪੜ੍ਹਦੇ ਰਾਤ ਸਵੇਰ ਦੇ 2-3 ਵੱਜ ਜਾਂਦੇ।
ਇਸ ਤਰ੍ਹਾਂ ਮੈਂ ਦਿਨ ਦੇ ਵਿੱਚ 2 ਤੋਂ 3 ਹੀ ਘੰਟੇ ਸੌਂ ਪਾਉਂਦਾ ਅਤੇ ਜ਼ਿਆਦਾਤਰ ਸਮਾਂ ਦਵਾਈ ਅਤੇ ਨੀਂਦ ਦੇ ਨਸ਼ੇ ਵਿੱਚ ਰਹਿੰਦਾ। ਇੱਕ ਦਿਨ ਕੀ ਹੋਇਆ, ਮੇਰੀ ਹਰ ਰੋਜ਼ ਦੀ ਬੁਰੀ ਹਾਲਤ ਦੇਖ ਕੇ ਮੇਰੇ ਕੋਚਿੰਗ ਵਾਲੇ ਸਰ ਨੇ ਮੈਨੂੰ ਕਿਹਾ ਕਿ ਇੰਦਰਜੀਤ ਤੁਸੀਂ ਇਹ ਛੱਡ ਦੇ, ਮੇਰੇ ਕੋਲੋਂ ਇਹ ਤੇਰੀ ਬੁਰੀ ਹਾਲਤ ਦੇਖੀ ਨਹੀਂ ਜਾਂਦੀ। ਤਾਂ ਮੈਂ ਆਪਣੀ ਗੱਲ 'ਤੇ ਅੜਿਆ ਰਿਹਾ ਅਤੇ ਮੈਂ ਆਪਣੇ ਸਰ ਨੂੰ ਕਿਹਾ ਕਿ ਨਹੀਂ ਸਰ, ਮੈਂ ਸੀਏ ਹੀ ਕਰਾਂਗਾ। ਅਤੇ ਇਸ ਤਰ੍ਹਾਂ ਜਦੋਂ ਮੈਂ ਪੂਰੀ ਤਿਆਰੀ ਕੀਤੀ, 9 ਮਹੀਨੇ ਮੈਂ ਤਿਆਰੀ ਕਰਦਾ ਰਿਹਾ। ਮੇਰੇ ਐਗਜ਼ਾਮ ਨਜ਼ਦੀਕ ਆ ਗਏ, ਮੈਂ ਪੇਪਰ ਦੇਣ ਗਿਆ ਤਾਂ ਉਸ ਦਿਨ ਪੇਪਰ ਦੇ ਕੇ ਮੈਂ ਘਬਰਾ ਗਿਆ। ਮੇਰੇ ਕੋਲੋਂ ਪੇਪਰ ਸਹੀ ਤਰੀਕੇ ਨਾਲ ਨਾ ਦਿੱਤੇ ਗਏ ਅਤੇ ਮੈਨੂੰ ਅਹਿਸਾਸ ਹੋਇਆ ਕਿ ਇੱਕ ਸਰਕਾਰੀ ਸਕੂਲ ਦੀ ਪੜ੍ਹਾਈ ਅਤੇ ਚਾਰਟਰਡ ਅਕਾਊਂਟੈਂਟਸ ਪ੍ਰੋਫੈਸ਼ਨ ਦੀ ਪੜ੍ਹਾਈ ਵਿੱਚ ਬਹੁਤ ਅੰਤਰ ਹੈ। ਜਦੋਂ ਨਤੀਜਾ ਆਇਆ, ਮੈਂ ਬੁਰੀ ਤਰ੍ਹਾਂ ਫੇਲ ਹੋ ਗਿਆ ਅਤੇ ਮੈਂ ਬਹੁਤ ਰੋਇਆ। ਨਾਲ ਹੀ ਲੋਕਾਂ ਨੇ ਮੈਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੂੰ ਸਰਕਾਰੀ ਸਕੂਲ ਤੋਂ ਪੜ੍ਹਿਆ, ਇਹ ਤੇਰੇ ਵੱਸ ਦੀ ਗੱਲ ਨਹੀਂ, ਤੂੰ ਇਹ ਨਹੀਂ ਕਰ ਸਕਦਾ। ਅਤੇ ਕਿਤੇ ਨਾ ਕਿਤੇ ਮੈਨੂੰ ਵੀ ਅੰਦਰੋਂ ਅਹਿਸਾਸ ਹੋਣ ਲੱਗ ਗਿਆ ਕਿ ਮੈਂ ਸੀਏ ਨਹੀਂ ਕਰ ਸਕਦਾ, ਇਹ ਕੋਰਸ ਮੇਰੇ ਲਈ ਨਹੀਂ ਬਣਿਆ। ਮੈਂ ਅੰਦਰੋਂ ਪੂਰਾ ਟੁੱਟ ਚੁੱਕਿਆ ਸੀ। ਪਰ ਮੇਰੀ ਮੰਮੀ ਜੀ, ਜੋ ਕਿ ਹਮੇਸ਼ਾ ਰੱਬ ਅੱਗੇ ਸਾਡੀ ਤਰੱਕੀ ਦੀ ਅਰਦਾਸ ਕਰਦੇ ਰਹਿੰਦੇ, ਉਹਨਾਂ ਨੇ ਮੈਨੂੰ ਸਮਝਾਇਆ। ਅਤੇ ਕੁਝ ਦਿਨਾਂ ਬਾਅਦ ਮੇਰੇ ਕੋਚਿੰਗ ਵਾਲੇ ਸਰ ਦਾ ਵੀ ਕਾਲ ਆਇਆ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੰਦਰਜੀਤ ਤੂੰ ਬਹੁਤ ਮਿਹਨਤ ਕੀਤੀ ਹੈ, ਇੱਕ ਵਾਰੀ ਤੂੰ ਹੋਰ ਟਰਾਈ ਕਰ। ਤਾਂ ਫਿਰ ਮੈਂ ਆਪਣੇ ਦਿਲ ਵਿੱਚ ਠਾਣ ਲਈ ਕਿ ਮੈਂ ਹੁਣ ਸੀਏ ਬਣ ਕੇ ਦਿਖਾਵਾਂਗਾ ਅਤੇ ਇੰਨੀ ਜ਼ਿਆਦਾ ਹੋਰ ਮਿਹਨਤ ਕਰਾਂਗਾ ਅਤੇ ਪਾਸ ਹੋਵਾਂਗਾ ਅਤੇ ਆਪਣੀ ਜੋ ਮੇਰੀ ਕਮਜ਼ੋਰੀਆਂ ਨੇ ਉਸ 'ਤੇ ਕੰਮ ਕਰਾਂਗਾ ਅਤੇ ਉਸ ਨੂੰ ਦੂਰ ਕਰਾਂਗਾ। ਮੈਂ ਫਿਰ ਤੋਂ ਤਿਆਰੀ ਕਰਨੀ ਸ਼ੁਰੂ ਕੀਤੀ ਅਤੇ ਨਵੰਬਰ 2013 ਦੇ ਵਿੱਚ ਸੀਏ ਇੰਟਰ ਦੇ ਬਹੁਤ ਗਰੁੱਪਸ ਦਿੱਤੇ। ਫਿਰ ਜਦ ਨਤੀਜਾ ਆਇਆ, ਮੈਂ ਇੱਕ ਗਰੁੱਪ ਕਲੀਅਰ ਕਰ ਲਿਆ ਅਤੇ ਇੱਕ ਗਰੁੱਪ 'ਚ ਮੈਂ ਫਿਰ ਫੇਲ ਹੋ ਗਿਆ। ਮੈਂ ਹੌਸਲਾ ਨਾ ਛੱਡਿਆ, ਮੈਂ ਫਿਰ ਤੋਂ ਤਿਆਰੀ ਕੀਤੀ ਅਤੇ ਮਈ 2014 ਦੇ ਵਿੱਚ ਆਪਣਾ ਗਰੁੱਪ ਫਿਰ ਤੋਂ ਦਿੱਤਾ ਅਤੇ ਉਹ ਪਾਸ ਕਰ ਲਿਆ। ਹੁਣ ਮੇਰੇ ਕਾਲਜ ਵਿੱਚ ਹਜੇ 1 ਸਾਲ ਬਾਕੀ ਸੀ ਅਤੇ ਉਸ ਦੇ ਨਾਲ ਸੀਏ ਦੀ ਟ੍ਰੇਨਿੰਗ ਲਗਾਉਣਾ ਮੇਰੇ ਲਈ ਬਹੁਤ ਮੁਸ਼ਕਿਲ ਹੋ ਰਿਹਾ ਸੀ। ਤਾਂ ਮੈਂ ਕੀ ਕੀਤਾ, ਮੈਂ ਆਪਣੀ ਸੀਏ ਦੇ ਕੋਰਸ ਵਿੱਚ 1 ਸਾਲ ਦਾ ਗੈਪ ਪਾ ਲਿਆ ਅਤੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਮੈਂ ਲੁਧਿਆਣਾ ਦੇ ਵਿੱਚ ਇੱਕ ਸੀਏ ਫਰਮ ਨੂੰ ਜੁਆਇਨ ਕੀਤਾ ਅਤੇ ਜਿਸ ਵਿੱਚ ਮੈਨੂੰ ਪਹਿਲੀ ਵਾਰੀ ਸ਼ਹਿਰ ਤੋਂ ਬਾਹਰ ਜਾ ਕੇ ਕੰਮ ਕਰਨ ਦਾ ਮੌਕਾ ਮਿਲਿਆ। ਜੋ ਸੀਨੀਅਰ ਮੇਰੇ ਨਾਲ ਪਹਿਲੀ ਵਾਰੀ ਸ਼ਹਿਰ ਤੋਂ ਬਾਹਰ ਗਿਆ ਸੀ, ਉਹ ਬਹੁਤ ਹੀ ਸਖਤ ਸੁਭਾਅ ਦਾ ਸੀ। ਉਸਨੇ ਮੈਨੂੰ ਡਾਂਟਣਾ, ਰਾਤ ਦੇ 10 ਵਜੇ ਤੱਕ 9 ਵਜੇ ਤੱਕ ਕੰਮ ਕਰਵਾਉਣਾ, ਜਦ ਕਿ ਅਸੀਂ ਪੂਰੀ ਰਾਤ ਸਫ਼ਰ ਕੀਤਾ ਹੁੰਦਾ ਸੀ। ਮੈਂ ਭਾਰਤ ਦੇ ਕਈ ਸਟੇਟਾਂ ਜਿਵੇਂ ਕਿ ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਾਮਿਲਨਾਡੂ, ਯੂਪੀ ਵਰਗੀ ਸਟੇਟਾਂ 'ਚ ਗਿਆ ਅਤੇ ਕੰਮ ਕੀਤਾ ਅਤੇ ਨਵੇਂ-ਨਵੇਂ ਅਨੁਭਵ ਲਏ ਅਤੇ ਮੈਂ ਨਾਲ ਆਪਣੀ ਸੀਏ ਫਾਈਨਲ ਕਲਾਸਿਸ ਜਾਰੀ ਰੱਖੀਆਂ। ਜਦੋਂ ਮੇਰੀ 2.5 ਸਾਲ ਟ੍ਰੇਨਿੰਗ ਕੰਪਲੀਟ ਹੋਈ, ਕਲਾਸਿਸ ਖਤਮ ਹੋਈਆਂ, ਤਾਂ ਮੈਂ ਸੀਏ ਫਾਈਨਲ ਦੀ ਫਸਟ ਗਰੁੱਪ ਦੀ ਤਿਆਰੀ ਕੀਤੀ ਅਤੇ ਆਪਣੇ ਐਗਜ਼ਾਮ ਦਿੱਤੇ। ਜਿਸ ਦਿਨ ਰਿਜ਼ਲਟ ਆਇਆ, ਮੈਂ ਪਾਸ ਹੋ ਗਿਆ। ਮੈਂ ਬਹੁਤ ਖੁਸ਼ ਹੋਇਆ। ਹੁਣ ਮੇਰੀ ਮੰਜ਼ਿਲ ਬਹੁਤ ਨਜ਼ਦੀਕ ਸੀ, ਪਰ ਅਚਾਨਕ ਮੇਰੀ ਜ਼ਿੰਦਗੀ 'ਚ ਇੱਕ ਨਵੀਂ ਦੁੱਖ ਭਰੀ ਕਹਾਣੀ ਸ਼ੁਰੂ ਹੋ ਗਈ। ਹੋਇਆ ਕਿ ਮੇਰੇ ਪਿਤਾ ਜੀ ਦੀ ਰੀੜ੍ਹ ਦੀ ਹੱਡੀ ਵਿੱਚ ਦਿੱਕਤ ਆ ਗਈ, ਜਿਸ ਕਾਰਨ ਉਹਨਾਂ ਦਾ ਬਿਸਤਰ ਤੋਂ ਉੱਠਣਾ, ਗੱਡੀ ਚਲਾਉਣਾ ਨਾਮੁਮਕਿਨ ਜਿਹਾ ਹੋ ਗਿਆ ਅਤੇ ਸਾਡੇ ਘਰ ਦਾ ਗੁਜ਼ਾਰਾ ਮੇਰੇ ਪਿਤਾ ਜੀ ਦੇ ਸਹਾਰੇ ਹੀ ਚੱਲਦਾ ਸੀ ਅਤੇ ਉਸ ਟਾਈਮ ਮੈਂ ਸਿਰਫ ਪੜ੍ਹਦਾ ਹੀ ਸੀ। ਅਤੇ ਸਾਡੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਕਿ ਸਾਡੇ ਕੋਲ ਰਾਸ਼ਨ ਲਿਆਉਣ ਤੱਕ ਦੇ ਪੈਸੇ ਨਾ ਰਹੇ। ਅਤੇ ਦੂਜੇ ਪਾਸੇ ਹਜੇ ਮੇਰੀ ਸੀਏ ਫਾਈਨਲ ਦਾ ਸਾਇੰਸ ਗਰੁੱਪ ਪੈਂਡਿੰਗ ਸੀ, ਤਾਂ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਗਿਆ, ਉਹਨਾਂ ਤੋਂ ਮਦਦ ਮੰਗੀ ਅਤੇ ਜਿੱਥੇ ਮੈਨੂੰ ਹੋ ਸਕਿਆ ਮੈਂ ਮਦਦ ਮੰਗੀ, ਪਰ ਕਿਸੇ ਨੇ ਮੇਰੀ ਮਦਦ ਨਾ ਕੀਤੀ। ਫਿਰ ਮੈਂ ਆਪਣੇ ਆਫਿਸ ਦੇ ਵਿੱਚ ਗੱਲ ਕੀਤੀ ਕਿ ਸਰ ਮੇਰੀ ਸੈਲਰੀ ਵਧਾ ਦਿਓ, ਪਰ ਉਹਨਾਂ ਨੇ ਵੀ ਮਨਾ ਕਰ ਦਿੱਤਾ। ਜਦੋਂ ਮੈਨੂੰ ਕੋਈ ਰਸਤਾ ਨਾ ਮਿਲਿਆ, ਕਿਉਂਕਿ ਉਸ ਸਮੇਂ ਲੋਨ ਦੀ ਕਿਸ਼ਤਾਂ ਵੀ ਚੱਲ ਰਹੀਆਂ ਸੀ, ਤਾਂ ਮੈਂ ਆਪਣੇ ਆਪ ਗੱਡੀ ਚਲਾਉਣ ਦਾ ਫੈਸਲਾ ਲਿਆ। ਪਰ ਉਸ ਵੇਲੇ ਮੈਨੂੰ ਗੱਡੀ ਚਲਾਉਣਾ ਵੀ ਨਹੀਂ ਆਉਂਦਾ ਸੀ। ਤਾਂ ਫਿਰ ਮੇਰੇ ਪਿਤਾ ਜੀ ਕੀ ਕਰਦੇ, ਉਹ ਮੇਰੇ ਨਾਲ ਕੰਡਕਟਰ ਸੀਟ 'ਤੇ ਬੈਠਦੇ ਅਤੇ ਮੈਨੂੰ ਗੱਡੀ ਚਲਾਉਣਾ ਸਿਖਾਉਂਦੇ। ਕਿਉਂਕਿ ਉਹਨਾਂ ਦੀ ਰੀੜ੍ਹ ਦੀ ਹੱਡੀ ਵਿੱਚ ਦਿੱਕਤ ਸੀ, ਤਾਂ ਕੰਡਕਟਰ ਸੀਟ 'ਤੇ ਬੈਠਣ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਅਤੇ ਉਹ ਰੋਣ ਲੱਗ ਜਾਂਦੇ ਅਤੇ ਉਹਨਾਂ ਨੂੰ ਦੇਖ ਕੇ ਕਈ ਵਾਰ ਮੈਂ ਵੀ ਰੋਣ ਲੱਗ ਜਾਂਦਾ। ਪਰ ਅਸੀਂ ਦੋਵਾਂ ਨੇ ਹਿੰਮਤ ਨਾ ਛੱਡੀ ਅਤੇ ਲਗਾਤਾਰ ਕੰਮ ਕਰਦੇ ਰਹੇ। ਗੱਡੀ ਚਲਾਉਣ ਦੇ ਨਾਲ ਕਈ ਵਾਰੀ ਮੈਨੂੰ ਮਜ਼ਦੂਰੀ ਦਾ ਵੀ ਕੰਮ ਕਰਨਾ ਪੈਂਦਾ, ਜਿਵੇਂ ਕਿ ਭਾਰੀ ਸਮਾਨ ਚੁੱਕਣਾ ਅਤੇ ਉਤਾਰਨਾ, ਜੋ ਕਿ ਮੇਰੇ ਲਈ ਵੀ ਆਸਾਨ ਕੰਮ ਨਹੀਂ ਸੀ। ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਪਰ ਇਸ ਨਾਲ ਮੈਂ ਆਪਣੀ ਪੜ੍ਹਾਈ ਵੱਲ ਧਿਆਨ ਨਾ ਦੇ ਸਕਿਆ। ਮੇਰੀ ਪੜ੍ਹਾਈ ਅਧੂਰੀ ਰਹਿ ਗਈ ਅਤੇ ਜਦ ਮੇਰੇ ਮਈ 2018 ਵਿੱਚ ਐਗਜ਼ਾਮ ਆਏ, ਮੈਂ ਆਪਣੇ ਐਗਜ਼ਾਮ ਦੇਣ ਗਿਆ ਅਤੇ ਮੈਂ ਉਸ ਵਿੱਚ ਪਾਸ ਨਾ ਹੋ ਸਕਿਆ। ਤਾਂ ਫਿਰ ਮੈਂ ਕੀ ਕੀਤਾ, ਮੈਂ ਆਪਣੀ ਕਿਤਾਬਾਂ ਆਪਣੇ ਨਾਲ ਲਿਜਾਣੀਆਂ ਸਟਾਰਟ ਕੀਤੀਆਂ। ਜਦੋਂ ਵੀ ਮੈਨੂੰ ਸਮਾਂ ਮਿਲਦਾ, ਜਿਵੇਂ ਕਿ ਜਦੋਂ ਗੱਡੀ ਵਿੱਚ ਮਾਲ ਚੜ੍ਹਾਉਣਾ ਅਤੇ ਉਤਾਰਨਾ, ਉਸ ਟਾਈਮ ਮੈਂ ਬੈਠ ਕੇ ਪੜ੍ਹਦਾ। ਕਈ ਵਾਰੀ ਅਸੀਂ ਅਜਿਹੀ ਥਾਵਾਂ 'ਤੇ ਜਾਂਦੇ ਜਿੱਥੇ ਮੈਨੂੰ ਬੈਠਣ ਦੇ ਲਈ ਥਾਂ ਨਾ ਮਿਲਦੀ। ਫਿਰ ਮੈਂ ਕੀ ਕਰਦਾ, ਫੈਕਟਰੀ ਦੇ ਬਾਹਰ
ਜਾਂ ਜ਼ਮੀਨ 'ਤੇ ਬੈਠ ਕੇ ਗਰਮੀ 'ਚ ਜਿੱਥੇ ਵੀ ਜਗ੍ਹਾ ਮਿਲਦੀ ਮੈਂ ਆਪਣਾ ਪੜ੍ਹਾਈ ਜਾਰੀ ਰੱਖਦਾ। ਫਿਰ ਮੈਂ ਰਾਤ ਨੂੰ ਘਰ ਆਉਣਾ ਅਤੇ ਰਾਤ ਨੂੰ ਫਿਰ ਤੋਂ ਪੜ੍ਹਨ ਬੈਠ ਜਾਣਾ। ਇਸ ਤਰ੍ਹਾਂ ਕਈ ਮਹੀਨੇ ਚੱਲਦਾ ਰਿਹਾ ਅਤੇ ਇੱਕ ਦਿਨ ਕੀ ਹੋਇਆ, ਮੇਰੇ ਪਿਤਾ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਉਹਨਾਂ ਨੂੰ ਹੌਸਪੀਟਲ ਦੇ ਵਿੱਚ ਐਡਮਿਟ ਕਰਨਾ ਪਿਆ। ਤਾਂ ਫਿਰ ਮੈਂ ਕੀ ਕੀਤਾ, ਮੈਂ ਆਪਣੀ ਕਿਤਾਬਾਂ ਹੌਸਪੀਟਲ ਲਿਜਾਣੀਆਂ ਸ਼ੁਰੂ ਕੀਤੀਆਂ ਅਤੇ ਰਾਤ ਨੂੰ ਉੱਥੇ ਪੂਰੀ ਰਾਤ ਬੈਠ ਕੇ ਪੜ੍ਹਨਾ ਅਤੇ ਨਾਲ ਪਿਤਾ ਜੀ ਦੀ ਦੇਖਭਾਲ ਕਰਨੀ। ਅਤੇ ਦਿਨ ਵਿੱਚ ਮੈਂ ਆਪਣੇ ਘਰ ਆ ਜਾਣਾ, ਘਰ ਦੇ ਕੰਮ ਕਰਨੇ ਅਤੇ ਫਿਰ ਆਪਣੇ ਘਰਦਿਆਂ ਨੂੰ ਹੌਸਪੀਟਲ ਭੇਜ ਦੇਣਾ। ਜਦੋਂ ਮੇਰੇ ਪੇਪਰਾਂ ਦੇ ਵਿੱਚ 1 ਮਹੀਨਾ ਰਹਿ ਗਿਆ ਤਾਂ ਫਿਰ ਮੈਂ ਕੰਮ ਤੋਂ ਫੁਰਸਤ ਲਈ ਅਤੇ ਹਲਕਾ ਭੋਜਨ ਖਾਣਾ ਸਟਾਰਟ ਕੀਤਾ, ਕਿਉਂਕਿ ਅਕਸਰ ਜਦ ਵੀ ਮੇਰੇ ਪੇਪਰ ਆਉਂਦੇ ਮੈਂ ਬਿਮਾਰ ਹੋ ਜਾਂਦਾ। ਮੈਂ ਦਿਨ ਦੇ ਵਿੱਚ ਖਿਚੜੀ, ਦੁੱਧ ਵਗੈਰਾ ਹੀ ਪੀਂਦਾ ਅਤੇ ਰੋਟੀ ਖਾਣੀ ਬਿਲਕੁਲ ਬੰਦ ਕਰ ਦਿੱਤੀ। ਅਤੇ ਫਿਰ ਮੈਂ ਆਪਣੀ ਪੜ੍ਹਾਈ ਵੱਲ ਦੇਣਾ ਧਿਆਨ ਸ਼ੁਰੂ ਕੀਤਾ ਅਤੇ ਦਿਨ 'ਚ 15 ਤੋਂ 16 ਘੰਟੇ ਮੈਂ ਦਿਨ 'ਚ ਬੈਠ ਕੇ ਪੜ੍ਹਦਾ। ਜਦ ਮੇਰੇ ਐਗਜ਼ਾਮ ਨਜ਼ਦੀਕ ਆਏ ਮੈਂ ਫਿਰ ਤੋਂ ਬਿਮਾਰ ਹੋ ਗਿਆ, ਪਰ ਮੈਂ ਬਿਮਾਰੀ ਦੀ ਹਾਲਤ ਵਿੱਚ ਹੀ ਦਵਾਈ ਲੈ ਕੇ ਦਿਨ ਰਾਤ ਪੜ੍ਹਦਾ ਅਤੇ ਆਪਣੇ ਪੇਪਰ ਪੂਰੇ ਕੀਤੇ। ਜਿਸ ਦਿਨ ਫਿਰ ਰਿਜ਼ਲਟ ਆਉਣਾ ਸੀ ਉਸ ਦਿਨ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ, ਅਤੇ ਪਰ ਮੈਂ ਆਪਣੇ ਡਰ 'ਤੇ ਕਾਬੂ ਪਾਉਣ ਲਈ ਮੈਂ ਕੀ ਕੀਤਾ, ਆਪਣੇ ਦੋਸਤ ਨੂੰ ਫ਼ੋਨ ਲਾਇਆ ਅਤੇ ਉਸ ਨੂੰ ਕਿਹਾ ਕਿ ਆਪਾਂ ਕ੍ਰਿਕਟ ਖੇਡਣ ਚੱਲਦੇ ਹਾਂ, ਕਿਉਂਕਿ ਜਦ ਵੀ ਮੈਂ ਕ੍ਰਿਕਟ ਖੇਡਦਾ ਸੀ ਮੈਂ ਬਾਕੀ ਸਭ ਕੁਝ ਭੁੱਲ ਜਾਂਦਾ ਸੀ। ਮੇਰਾ ਦੋਸਤ ਆਇਆ, ਅਸੀਂ ਦੋਵੇਂ ਕ੍ਰਿਕਟ ਖੇਡਣ ਚਲੇ ਗਏ ਅਤੇ ਪੂਰਾ ਦਿਨ ਕ੍ਰਿਕਟ ਖੇਡਦੇ ਰਹੇ। ਜਦ ਰਿਜ਼ਲਟ ਆਉਣ ਤੋਂ ਬਾਅਦ ਅਸੀਂ ਘਰ ਆਏ, ਮੈਂ ਰਿਜ਼ਲਟ ਦੇਖਣ ਲੱਗਾ ਤਾਂ ਉਸ ਟਾਈਮ ਮੇਰੇ ਹੱਥ ਬਹੁਤ ਕੰਬ ਰਹੇ ਸੀ। ਮੈਂ ਬੜੀ ਮੁਸ਼ਕਿਲ ਨਾਲ ਰਿਜ਼ਲਟ ਖੋਲ੍ਹਿਆ ਅਤੇ ਦੇਖਿਆ ਕਿ ਮੈਂ ਪਾਸ ਹੋ ਗਿਆ। ਅਤੇ ਕੁਝ ਸਮਾਂ ਮੈਨੂੰ ਯਕੀਨ ਹੀ ਨਹੀਂ ਆਇਆ ਕਿ ਮੈਂ CA ਬਣ ਗਿਆ ਅਤੇ ਮੇਰੇ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ। ਅਤੇ ਉਸ ਦਿਨ ਮੈਂ ਆਪਣੇ ਘਰ ਵਿੱਚ ਕਿਸੇ ਨੂੰ ਵੀ ਨਹੀਂ ਦੱਸਿਆ ਹੋਇਆ ਸੀ ਕਿ ਮੈਂ ਅੱਜ ਮੇਰਾ ਰਿਜ਼ਲਟ ਆਉਣਾ ਹੈ। ਅਤੇ ਮੰਮੀ ਜੀ ਮੇਰੇ ਗੁਰਦੁਆਰੇ ਗਏ ਹੋਏ ਸਨ। ਜਦ ਮੇਰੀ ਮੰਮੀ ਜੀ ਘਰ ਆਏ ਅਤੇ ਉਹਨਾਂ ਨੂੰ ਮੈਂ ਦੱਸਿਆ, ਉਹ ਵੀ ਬਹੁਤ ਖੁਸ਼ ਹੋਏ। ਅਸੀਂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ ਅਤੇ ਦੋਵੇਂ ਅਸੀਂ ਰੋ ਰਹੇ ਸੀ। ਇਸ ਤਰ੍ਹਾਂ ਮੈਂ ਇੰਦਰਜੀਤ ਤੋਂ ਇੰਦਰ ਸਿੰਘ ਬਣਿਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਗਾ ਕਿ ਬੁਰੇ ਸਮੇਂ ਵਿੱਚ ਤੁਹਾਡੀ ਮਦਦ ਕਰਨ ਲਈ ਕੋਈ ਨਹੀਂ ਆਵੇਗਾ। ਸਿਰਫ ਇੱਕੋ ਹੀ ਰਸਤਾ ਹੈ ਬੁਰੇ ਸਮੇਂ 'ਚ ਨਿਕਲਣ ਦਾ, ਉਹ ਤੁਸੀਂ ਆਪ ਹੋ, ਤੁਹਾਡੀ ਆਪਣੀ ਵਿਲ ਪਾਵਰ ਹੈ। ਆਪਾਂ ਅਕਸਰ ਕੀ ਕਰਦੇ ਹਾਂ, ਆਪਾਂ ਆਪਣੀ ਕਮਜ਼ੋਰੀਆਂ ਤੋਂ ਦੂਰ ਭੱਜਦੇ ਹਾਂ। ਇਸ ਦੇ ਉਲਟ ਮੈਂ ਕੀ ਕੀਤਾ, ਮੈਂ ਆਪਣੀ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾਇਆ, ਉਸ 'ਤੇ ਕੰਮ ਕੀਤਾ ਅਤੇ ਆਪਣੀ ਸਫਲਤਾ ਨੂੰ ਹਾਸਿਲ ਕੀਤਾ। ਮੰਜ਼ਿਲ ਚਾਹੇ ਕਿੰਨੀ ਮੁਸ਼ਕਿਲ ਹੋਵੇ, ਰਾਹ ਵਿੱਚ ਕਿੰਨੀਆਂ ਹੀ ਮੁਸੀਬਤਾਂ ਆਉਣ, ਸਾਨੂੰ ਉਸ ਤੋਂ ਡਰਨਾ ਨਹੀਂ ਚਾਹੀਦਾ ਅਤੇ ਆਪਣੀ ਸੈਲਫ ਬਿਲੀਵਸ, ਡੈਡੀਕੇਸ਼ਨ, ਕੰਟੀਨਿਊਸ ਹਾਰਡ ਵਰਕ ਅਤੇ ਦਿਲ ਵਿੱਚ ਕੁਝ ਕਰਨ ਦਾ ਜਜ਼ਬਾ ਨੂੰ ਹਮੇਸ਼ਾ ਰੱਖਦੇ ਹੋਏ ਅਸੀਂ ਆਪਾਂ ਮੁਸ਼ਕਿਲ ਤੋਂ ਮੁਸ਼ਕਿਲ ਮੰਜ਼ਿਲ ਨੂੰ ਹਾਸਿਲ ਕਰ ਸਕਦੇ ਹਾਂ। ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।